ਜ਼ਰੂਰੀ ਹੈ ਕਿ ਸਰਕਾਰ ਦਾ ਰਿਐਕਸ਼ਨ ਇਸ ਦੇ ਉੱਤੇ ਆਵੇ, ਜੋ ਪੁਲਿਸ ਦਾ ਐਕਸ਼ਨ ਹੋ ਰਿਹਾ ਹੈ ਉਸ ਦੇ ਉੱਤੇ। ਸੰਘੇੜਾ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਗਨ ਕਲਚਰ ਵਰਸਸ ਪਰਚਾ ਕਲਚਰ, ਕਿ ਇਹੀ ਹੁਣ ਪੂਰਾ ਲਬੋ ਲਬਾਬ ਹੈ ਇਸ ਪੂਰੇ ਮਾਮਲੇ ਦੇ ਵਿੱਚ, ਨਿਚੋੜ ਇਹੀ ਕੱਢਿਆ ਜਾਵੇ ਕਿ ਤਰੀਕਾ ਇਹੀ ਹੈ ਇਸ ਸਮੇਂ ਗਨ ਕਲਚਰ ਦੇ ਉੱਤੇ ਠੱਲ ਪਾਉਣ ਦਾ, ਕਿ ਧੜਾ ਧੜ ਪਰਚੇ ਕਰ ਦੋ? ਨਹੀਂ, ਧੜਾ ਧੜ ਪਰਚਿਆਂ ਦੀ ਕੋਈ ਗੱਲ ਨਹੀਂ ਹੈ। ਕੰਮ ਕਰਦਿਆਂ ਕਈ ਵਾਰੀ ਗੌਰਵ ਜੀ ਗਲਤੀਆਂ ਵੀ ਹੋ ਜਾਂਦੀਆਂ ਆ, ਕਈ ਵਾਰੀ ਸੰਗੀਨ ਗਲਤੀਆਂ ਹੁੰਦੀਆਂ ਆ, ਕਈ ਵਾਰੀ ਰੈਗੂਲਰ ਗਲਤੀ ਹੁੰਦੀ ਹੈ ਜੇ ਵਿਚ ਕੈਨ ਬੀ ਕਰੈਕਟਡ ਇਮੀਡੀਏਟਲੀ। ਸੋ ਕੰਮ ਕਰਦਿਆਂ ਗਲਤੀਆਂ ਵੀ ਹੁੰਦੀਆਂ। ਜੇ ਆਪਾਂ ਇਕੱਲੀ ਗਲਤੀ ਨੂੰ ਇੱਕ ਨੂੰ ਫੜ ਕੇ ਉਛਾਲੀ ਜਾਈਏ, ਉਹ ਜਿਹੜੀ ਆ ਕੰਮ ਕਰਦਿਆਂ ਕੰਮ 'ਚ ਤੇਜ਼ੀ ਕਰਦਿਆਂ ਕਿਤੇ ਗਲਤੀ ਹੋ ਗਈ ਆ, ਉਹਨੂੰ ਠੀਕ ਕੀਤਾ ਜਾ ਸਕਦਾ ਆ। ਸੋ ਇਹਦੇ 'ਚ ਇਦਾਂ ਨਹੀਂ ਹੈ ਕਿ ਕੋਈ ਪਰਚਿਆਂ ਦਾ ਕਰਨ ਦਾ ਕੋਈ ਸਰਕਾਰ ਨੇ ਟਾਰਗੇਟ ਨਹੀਂ ਦਿੱਤਾ, ਕੋਈ ਕੁਝ ਨਹੀਂ ਹੈ। ਪੁਲਿਸ ਵੀ ਬੜਾ ਵਧੀਆ ਕੰਮ ਕਰ ਰਹੀ ਆ, ਪਰ ਜਿੱਥੇ ਇਰਰੈਗੂਲਰਿਟੀ ਹੋ ਗਈ ਆ, ਜਿੱਥੇ ਕੋਈ ਗਲਤੀ ਹੋ ਗਈ ਆ, ਉਹਦੇ 'ਚ ਦੇਖਿਆ ਜਾਏਗਾ ਕਿ ਉਹ ਬੋਨਾਫਾਈਡ ਮਿਸਟੇਕ ਹੈ ਜਾਂ ਜਾਣਬੁੱਝ ਕੇ ਕੀਤੀ ਗਈ ਆ ਜਾਂ ਕਾਹਲ 'ਚ ਹੋ ਗਈ ਆ ਜਾਂ ਕੀ ਹੋਇਆ, ਉਹ ਠੀਕ ਹੋ ਜਾਏਗੀ। ਉਹਦੇ 'ਚ ਕਿਸੇ ਨੇ ਵੀ ਆਰਗਿਊ ਨਹੀਂ ਕੀਤਾ ਕਿ ਇਹ ਐਕਸ਼ਨ ਠੀਕ ਹੈ। ਉਹ ਐਕਸ਼ਨ ਜਿਹੜਾ ਗਲਤ ਹੈ ਉਹ ਗਲਤ ਹੈ। ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਟਾਰਗੇਟ ਵਾਲੀ ਕੋਈ ਗੱਲ ਨਹੀਂ ਹੈ। ਗਨ ਕਲਚਰ ਨੂੰ ਕੰਟਰੋਲ ਕਰਨ ਲਈ ਜਿਹੜੀ ਐਕਸਰਸਾਈਜ਼ ਕੀਤੀ ਜਾ ਰਹੀ ਹੈ ਸਾਰੇ ਪੰਜਾਬ 'ਚ ਸਫਲਤਾ ਪੂਰਵਕ ਉਹ ਠੀਕ ਚੱਲ ਰਹੀ ਹੈ। ਵਿੱਚ ਕਿਤੇ ਜੇ ਕੋਈ ਗਲਤੀ ਹੋਈ ਆ, ਉਹਨੂੰ ਸਾਨੂੰ ਮੁੱਦਾ ਬਣਾ ਕੇ ਨਹੀਂ ਇਸ ਸਾਰੀ ਐਕਸਰਸਾਈਜ਼ ਨੂੰ ਭੰਨਣਾ ਚਾਹੀਦਾ। ਕਿਉਂਕਿ ਮੈਂ ਕਾਫੀ ਥਾਵਾਂ ਤੋਂ ਜੋ ਸੂਚਨਾਵਾਂ ਆ ਰਹੀਆਂ ਆ, ਕਈਆਂ ਥਾਵਾਂ ਤੇ ਲੋਕਾਂ ਦੀ ਡੈਥ ਹੋ ਚੁੱਕੀ ਆ, ਪਰ ਹਥਿਆਰ ਉਹਨਾਂ ਘਰਾਂ 'ਚ ਹੀ ਆ। ਕਈਆਂ ਥਾਵਾਂ ਤੇ ਕਈ ਸਮੀਖਿਆ ਹੋਈ ਨਹੀਂ ਹੈ ਕਾਫੀ ਦੇਰ ਤੋਂ। ਸੋ ਸਮੀਖਿਆ ਹੋਣ ਦੇ ਪੋਜ਼ਿਟਿਵ ਰਿਜ਼ਲਟ ਨਿਕਲ ਰਹੇ ਆ, ਔਰ ਕਿਤੇੋਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਕਿਸੇ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਆ। ਅਸੀਂ ਅਨਅਫੀਸ਼ੀਅਲੀ ਵੀ ਕਈਆਂ ਥਾਵਾਂ ਤੋਂ ਲੋਕਾਂ ਨੂੰ ਪਤਾ ਕਰਵਾਇਆ ਆ, ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਨਹੀਂ ਹੈ। ਸਟੇਸ਼ਨ ਹਾਊਸ ਆਫੀਸਰ ਜਿਹੜੇ ਨੇ ਉਹ ਆਪ ਸਗੋਂ ਬਾਹਰ ਟੇਬਲ ਲਾ ਕੇ ਕੁਰਸੀਆਂ ਤੇ ਬੈਠ ਕੇ ਫਰੈਂਡਲੀ ਤਰੀਕੇ ਨਾਲ ਲੋਕਾਂ ਦੇ ਨਾਲੋਂ ਨਾਲ ਹੀ ਚੈੱਕ ਕਰਕੇ, ਜੇ ਕੋਈ ਉੱਥੇ ਲੈ ਕੇ ਜਾਂਦਾ ਆਪਣੀ ਚੈੱਕ ਕਰਾਉਣ, ਤੇ ਨਾਲੋਂ ਨਾਲ ਹੀ ਵਾਪਸ ਭੇਜੀ ਜਾ ਰਿਹਾ। ਕੋਈ ਇਹਦੀ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ। ਰਹੀ ਜਿਹੜੀ ਟੋਏ ਗਨ ਦੀ ਜਾਂ ਕਿਸੇ ਬੱਚੇ ਤੇ ਪਰਚਾ ਦਰਜ ਹੋ ਗਿਆ, ਟੋਏ ਗਨ ਨੂੰ ਪਛਾਣਨਾ, ਕਈ ਟੋਏ ਗਨਸ ਇਸ ਤਰ੍ਹਾਂ ਦੀਆਂ ਆ ਜਿਨ੍ਹਾਂ ਨੂੰ ਪਹਿਚਾਨਣਾ ਕਈ ਵਾਰੀ ਨਹੀਂ ਇਮੀਡੀਏਟਲੀ ਪਤਾ ਲੱਗਦਾ। ਅਮਰੀਕਾ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੈ। ਕਿਤੇ ਪੁਲਿਸ ਗਈ ਤੇ ਕਿਸੇ ਯੰਗਸਟਰ ਨੇ, ਅਜੇ ਉਹ ਟੀਨੇਜਰ ਸੀਗਾ, ਉਹਨੇ ਆਪਣੀ ਟੋਏ ਦੇਖਣ ਨੂੰ ਵੱਡਾ ਲੱਗਦਾ ਸੀ, ਉਹਨੇ ਆਪਣੀ ਟੋਏ ਗਨ ਪੁਲਿਸ ਆਫੀਸਰ ਵੱਲ ਕਰਕੇ ਤੇ ਉਹਦੇ ਤੇ ਸ਼ੂਟ ਕੀਤਾ ਟੋਏ ਗਨ ਨਾਲ। ਪੁਲਿਸ ਨੇ ਸਮਝਿਆ ਰੀਅਲ ਗਨ ਹੈ, ਉਹਨਾਂ ਨੇ ਉਹਨੂੰ ਸ਼ੂਟ ਕਰ ਦਿੱਤਾ। ਕਈ ਵਾਰੀ ਗਲਤੀਆਂ, ਵੱਡੀਆਂ ਮਿਸਟੇਕਸ ਹੋ ਜਾਂਦੀਆਂ। ਪੰਜਾਬ ਦੇ ਵਿੱਚ ਵੀ ਕਿਤੇ ਗੈਂਗਸਟਰਸ ਦੀ ਇਨਫੋਰਮੇਸ਼ਨ ਸੀਗੀ, ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਿਆ, ਉਹਨਾਂ ਨੇ ਪੁਲਿਸ ਵੱਲ ਕੋਈ ਅੰਦਰੋਂ ਕਾਲੇ ਸ਼ੀਸ਼ੇ ਸੀਗੇ, ਪੁਲਿਸ ਵਾਲਿਆਂ ਨੇ ਡਰ ਕੇ ਗੋਲੀ ਚਲਾਤੀ, ਉਹ ਮਾਰੇ ਗਏ ਬੱਚੇ ਸੀਗੇ ਕੁਝ ਕੋਈ ਹੋਰ। ਇਹ ਘਟਨਾਵਾਂ ਕਈ ਵੀ ਦੁਰਘਟਨਾਵਾਂ ਹੋ ਜਾਂਦੀਆਂ ਆ ਜਿਹਦੇ ਵਿੱਚ ਕੋਈ ਇੰਟੈਂਸ਼ਨਲ ਜਾਂ ਸਰਕਾਰ ਦੀ ਨਹੀਂ। ਸੰਘੇੜਾ ਸਾਹਿਬ, ਨਹੀਂ ਮੈਂ ਇੱਕ ਬੜਾ ਚੀਜ਼ ਕਲੀਅਰ ਕਰ ਰਿਹਾ ਕਿ ਸਪੈਸੀਫਿਕਲੀ ਉਹ 10 ਸਾਲ ਦੇ ਬੱਚੇ ਦੇ ਉੱਤੇ ਪਰਚਾ ਹੋ ਗਿਆ, ਉੱਥੇ ਤੱਕ ਗੱਲ ਸੀਮਿਤ ਨਹੀਂ ਹੈ। ਗੱਲ ਤਾਂ ਓਵਰਆਲ ਅਸੀਂ ਕਰ ਰਹੇ ਹਾਂ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਪੈਮਾਨਾ ਹੈ ਉਹ ਸੈੱਟ ਕਰ ਦੋ ਨਾ, ਇੱਕ ਪੈਮਾਨਾ ਸੈੱਟ ਹੋ ਜਾਏ, ਉਸ ਤੋਂ ਬਾਅਦ ਅਸੀਂ ਉਸ ਤਰੀਕੇ ਨਾਲ ਸੋਚੀਏ ਜਾਂ ਫਿਰ ਗੱਲ ਹੋਵੇ ਜਾਂ ਪਰਚੇ ਹੋਣ। ਖੈਰ, ਮੈਂ ਤੁਹਾਡੇ ਕੋਲ ਵਾਪਸ ਆਊਂਗਾ ਇਹ ਪੈਮਾਨੇ ਵਾਲੇ ਪੁਆਇੰਟ ਦੇ ਉੱਤੇ, ਪਰ ਪਹਿਲਾਂ ਇੱਕ ਵਾਰੀ ਜਿਹੜੇ ਤੁਹਾਡੇ ਪੈਨਲਿਸਟ ਅੱਜ ਨਾਲ ਮੌਜੂਦ ਨੇ ਸਾਰਿਆਂ ਦਾ ਇੱਕ ਰਿਐਕਸ਼ਨ ਲੈ ਲਈਏ। ਮੈਂ ਕਲੇਰ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਕਰਦਾ। ਦੇਖੋ, ਸਰਕਾਰ ਕਹਿ ਰਹੀ ਹੈ, ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਜਦੋਂ ਐਕਸ਼ਨ ਹੁੰਦੇ ਨੇ, ਕੰਮ ਹੁੰਦੇ ਨੇ, ਉਹ ਕਿਹਾ ਜਾਂਦਾ ਕਿ ਜਦੋਂ ਤੁਸੀਂ ਕੋਈ ਕੰਮ ਕਰੋਗੇ ਤਾਂ ਗਲਤੀ ਵੀ ਤਾਂ ਹੀ ਹੋਏਗੀ, ਕੰਮ ਜੇ ਨਾ ਕਰੋ ਤਾਂ ਗਲਤੀ ਨਹੀਂ ਹੋਣੀ। ਗੌਰਵ ਜੀ, ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਬਾਹਰੋਂ ਆਪਣੀ ਗਲਤੀਆਂ ਕਰਕੇ ਕੁੱਟ ਖਾ ਕੇ ਆਉਂਦਾ ਤੇ ਉਹ ਬਦਲਾ ਲੈਣ ਦੇ ਲਈ ਆਪਣੇ ਘਰਦਿਆਂ ਨੂੰ ਚਪੇੜਾ ਮਾਰਨ ਲੱਗ ਜਾਂਦਾ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਉਹੀ ਕੰਮ ਕਰ ਰਹੀ ਹੈ। ਲਾਅ ਐਂਡ ਆਰਡਰ ਬੁਰੇ ਤਰੀਕੇ ਦੇ ਨਾਲ ਫੇਲ ਹੈ, ਸੰਭਾਲਣਾ ਆ ਨਹੀਂ ਰਿਹਾ, ਪਾਲਿਸੀ ਕੋਈ ਹੈ ਨਹੀਂ। ਸੋ ਹੁਣ ਧੱਕੇ ਨਾਲ ਜਿਹੜੇ ਪਰਚਿਆਂ ਦਾ ਟ੍ਰੈਂਡ ਸ਼ੁਰੂ ਹੋਇਆ। ਮੈਂ ਸੰਘੇੜਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿਸੇ ਪਾਲਿਸੀ ਨੂੰ ਬਣਾਉਣ ਲੱਗੇ, ਕਿਸੇ ਨੂੰ ਇੰਪਲੀਮੈਂਟ ਕਰਨ ਲੱਗੇ, ਕੀ ਸਰਕਾਰ ਵਕਤ ਲੈ ਰਹੀ ਹੈ? ਕੀ ਮੁੱਖ ਮੰਤਰੀ ਕਨਵੇ ਕਰ ਪਾ ਰਹੇ ਨੇ ਕਿ ਉਹ ਚਾਹੁੰਦੇ ਕੀ ਨੇ? ਅੱਜ ਜਿਸ ਬੱਚੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ, ਉਹ ਬੱਚੇ ਨੇ ਜਦੋਂ ਫੋਟੋ ਅਪਲੋਡ ਹੋਈ ਸੀ, ਉਹ ਬੱਚਾ 6 ਸਾਲ ਦਾ ਸੀ। ਸੋ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਇਹਦਾ ਪੈਰਾਮੀਟਰ ਕੀ ਹੈ। ਅਗਰ 6 ਸਾਲ ਦੇ ਬੱਚੇ ਤੇ ਪਰਚਾ ਦਰਜ ਹੋ ਸਕਦਾ ਹੈ, ਇੱਕ 6 ਸਾਲ ਪੁਰਾਣੀ ਫੋਟੋ ਦੇ ਉੱਤੇ ਪਰਚਾ ਦਰਜ ਹੋ ਸਕਦਾ ਹੈ, ਤਾਂ ਅੱਜ ਫੋਟੋ ਤਾਂ ਸੋਸ਼ਲ ਮੀਡੀਆ ਤੇ ਅਨਮੋਲ ਗਗਨ ਮਾਨ ਦੀ ਵੀ ਹੈ ਬੰਦੂਕ ਦੇ ਨਾਲ, ਬੀਬੀ ਬਲਜਿੰਦਰ ਕੌਰ ਜੀ ਦੀ ਵੀ ਹੈ, ਤੁਹਾਡੇ ਐਮਐਲਏ ਬਲਕਾਰ ਸਿੱਧੂ ਦੀ ਵੀ ਹੈ। ਇਹ ਤਿੰਨਾਂ ਦੇ ਉੱਤੇ ਸਰਕਾਰ ਨੇ ਪਰਚਾ ਕਿਉਂ ਨਹੀਂ ਦਰਜ ਕੀਤਾ? ਇਹਦੇ ਬਾਰੇ ਵੀ ਲੋਕਾਂ ਨੂੰ ਤਫਸੀਲ ਨਾਲ ਜਵਾਬ ਦਿਓ। ਤੁਸੀਂ ਕਹਿ ਰਹੇ ਹੋ ਕਿ ਪੁਰਾਣੀਆਂ ਫੋਟੋਆਂ ਦੇ ਉੱਤੇ ਪਰਚੇ ਦਰਜ ਹੋ ਰਹੇ ਨੇ। ਗੌਰਵ ਜੀ, ਇਸ ਤੋਂ ਵੀ ਅੱਗੇ ਮੇਰੇ ਕੋਲੇ 2 ਫੈਮਲੀਜ਼ ਨੇ ਅਪਰੋਚ ਕੀਤਾ। ਇੱਕ ਹੈ ਸੰਗਰੂਰ ਜ਼ਿਲ੍ਹੇ ਨਾਲ ਵਾਬਤਾ ਰੱਖਦੀ, ਇੱਕ ਹੈ ਲੁਧਿਆਣੇ ਜ਼ਿਲ੍ਹੇ ਦੀ ਫੈਮਲੀ। ਉਹ ਦੋਨਾਂ ਦੇ ਬੱਚੇ ਇਸ ਸਮੇਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਨੇ ਸਟੂਡੈਂਟ ਵੀਜ਼ਾ ਦੇ ਉੱਤੇ।
ਉਹ ਬੱਚਿਆਂ ਦੀ ਕੋਈ ਅੱਜ ਤੋਂ 5-6 ਸਾਲ ਪੁਰਾਣੀ ਫੋਟੋ, ਇੱਕ ਦੀ 2014 ਦੀ ਹੈ, ਇੱਕ ਦੀ 2015 ਦੀ ਹੈ। ਉਹ ਦੋ ਫੋਟੋਆਂ ਦੇ ਉੱਤੇ ਉਹਨਾਂ ਦੇ ਘਰੇ ਰੇਡ ਕੀਤੀ ਗਈ, ਉਹਨਾਂ ਦੇ ਪੇਰੈਂਟਸ ਨੂੰ ਧਮਕਾਇਆ ਗਿਆ ਕਿ ਅਸੀਂ ਤੁਹਾਡੇ ਮੁੰਡੇ ਲਿਆਓ, ਕਿੱਥੇ ਨੇ, ਉਹਨਾਂ ਦੇ ਉੱਤੇ ਪਰਚਾ ਦੇਣਾ ਹੈ। ਤਾਂ ਅੱਜ ਮੈਂ ਸੰਘੇੜਾ ਸਾਹਿਬ ਨੂੰ ਪੁੱਛਦਾ ਹਾਂ ਕਿ ਕੀ ਸਰਕਾਰ, ਜਿਹੜੇ ਸਾਡੇ ਬੱਚੇ ਇੰਨੀ ਮਾਪੇ ਔਖੇ ਹੋ ਕੇ ਫੀਸਾਂ ਦੇ ਕੇ ਕੈਨੇਡਾ ਅਮਰੀਕਾ ਪੜ੍ਹਨ ਲਈ ਭੇਜ ਰਹੇ ਨੇ, ਕੀ ਸਰਕਾਰ ਪਰਚੇ ਦੇ ਕੇ ਉਹਨਾਂ ਨੂੰ ਕ੍ਰਿਮੀਨਲ ਬਣਾਉਣਾ ਚਾਹੁੰਦੀ ਹੈ? ਇਹ ਦੋਨੋਂ ਫੈਮਲੀਆਂ ਹਾਈ ਕੋਰਟ ਜਾਣ ਚਲੋ ਮੈਂ ਇੱਕ ਛੋਟਾ ਜਿਹਾ ਤੁਹਾਡੇ ਤੋਂ ਸਵਾਲ, ਤੁਹਾਡੀ ਪਾਲਿਸੀ ਕੀ ਹੈ? ਨਹੀਂ, ਤੁਹਾਡੇ ਤੋਂ ਛੋਟਾ ਜਿਹਾ ਸਵਾਲ, ਠੀਕ ਹੈ, ਜਿਹੜੀਆਂ ਪੁਰਾਣੀਆਂ ਫੋਟੋਆਂ ਉਹਨਾਂ ਦੇ ਉੱਤੇ ਮੈਂ ਜਵਾਬ ਲਵਾਂਗੇ, ਪਰ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਰੀਲਸ ਬਣ ਰਹੀਆਂ ਨੇ ਕਲੇਰ ਜੀ, ਔਰ ਜਿਸ ਤਰੀਕੇ ਨਾਲ ਫੋਟੋਆਂ ਅਪਲੋਡ ਹੋ ਰਹੀਆਂ, ਤੁਹਾਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਦੇ ਉੱਤੇ ਬਿਲਕੁਲ ਕੋਈ ਤਾਜ਼ੀ ਤਸਵੀਰ ਹੋਵੇ, ਨੁਮਾਇਸ਼ ਕੀਤੀ ਜਾ ਰਹੀ ਹੋਵੇ ਹਥਿਆਰਾਂ ਦੀ, ਤਾਂ ਪਰਚਾ ਹੋਣਾ ਚਾਹੀਦਾ? ਅਕਾਲੀ ਦਲ ਵੈਲਕਮ ਕਰਦਾ। ਮੈਂ ਗੌਰਵ ਜੀ ਦੇਖੋ, ਬਿਲਕੁਲ ਗਨ ਕਲਚਰ ਦੇ ਸਾਰੇ ਖਿਲਾਫ ਹਾਂ, ਪਰ ਕੋਈ ਪੈਰਾਮੀਟਰ ਤਾਂ ਬਣਾਓ, ਇੱਕ ਸਮਾਂ ਦਿਓ। ਤੁਸੀਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਾਓ, ਗੁਰਦੁਆਰਾ ਸਾਹਿਬ ਤੋਂ ਇੱਕ ਡੈਡਲਾਈਨ ਸੈੱਟ ਕਰ ਦਿਓ ਕਿ ਜੀ 30 ਜਨਵਰੀ ਸਾਡੀ ਡੈਡਲਾਈਨ ਹੈ, ਤੁਸੀਂ ਆਪਣੀਆਂ ਕੋਈ ਤੁਹਾਡੀਆਂ ਫੋਟੋਆਂ ਨੇ, ਇਹ ਚੀਜ਼ਾਂ ਨੂੰ ਡਿਲੀਟ ਕਰੋ। ਉਸ ਤੋਂ ਬਾਅਦ ਸਰਕਾਰ ਕਾਰਵਾਈ ਸ਼ੁਰੂ ਕਰੂਗੀ। ਹਰ ਕੋਈ ਸਕੀਮ ਆਉਂਦੀ ਹੈ, ਤੁਸੀਂ ਅੱਜ ਪੰਜਾਬੀ ਦੀ ਵੀ ਗੱਲ ਕੀਤੀ ਹੈ ਸਰਕਾਰ ਨੇ, ਜਿਹੜੀ ਕਿ ਪਹਿਲਾਂ ਸਾਰੀਆਂ ਸਰਕਾਰਾਂ ਨੇ ਕੀਤੀ ਹੈ, ਕੋਈ ਨਵੀਂ ਨਹੀਂ ਕੀਤੀ। ਹਰ ਚੀਜ਼ ਲਈ ਇੱਕ ਡੈਡਲਾਈਨ ਹੈ, ਤੁਸੀਂ ਇੱਕ ਡੈਡਲਾਈਨ ਫਿਕਸ ਕਰੋ, ਉਸ ਤੋਂ ਬਾਅਦ ਕਾਰਵਾਈ ਕਰੋ। ਤੁਸੀਂ ਤਾਂ ਘਰਾਂ ਦੇ ਵਿੱਚ ਪੁਲਿਸ ਵਾੜਤੀ, ਤੁਸੀਂ ਜਿਹੜੇ ਬੱਚੇ ਕੈਨੇਡਾ ਅਮਰੀਕਾ ਬੈਠੇ ਉਹਨਾਂ ਨੂੰ ਧਮਕਾਉਣ ਲੱਗੇ, ਉਰੇ ਛੋਟੇ ਬੱਚਿਆਂ ਤੇ ਪਰਚੇ ਦੇਣ ਲੱਗੇ, ਤੁਸੀਂ ਸਾਡੇ ਬੱਚਿਆਂ ਨੂੰ ਕ੍ਰਿਮੀਨਲ ਬਣਾਉਣ ਦੇ ਰਾਹ ਤੇ ਤੁਰੇ ਹੋ। ਇਹ ਕਿਹੜੀ ਨਵੀਂ ਪਾਲਿਸੀ ਹੈ ਸਰਕਾਰ ਦੀ? ਲੋਕਾਂ ਨੂੰ ਠੀਕ ਹੈ, ਚਲੋ ਮੈਂ ਇੱਕ ਸਭ ਦਾ ਰਿਐਕਸ਼ਨ ਲੈ ਲਵਾਂ, ਉਸ ਤੋਂ ਬਾਅਦ ਸੰਘੇੜਾ ਸਾਹਿਬ ਤੁਹਾਡੇ ਕੋਲ ਆਉਂਗਾ, ਰਿਐਕਟ ਕਰਿਓ ਤੁਸੀਂ। ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ, ਕਾਂਗਰਸ ਇਸ ਨੂੰ ਕਿਵੇਂ ਦੇਖਦੀ ਹੈ? ਦੇਖੋ, ਰਾਜਾ ਵੜਿੰਗ ਦੀ ਸਟੇਟਮੈਂਟ ਸਭ ਨੂੰ ਚੇਤੇ ਹੈ, ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਕਿੱਥੇ ਕੋਈ ਸਖਤੀ ਕੀਤੀ ਜਾ ਰਹੀ ਹੈ, ਪਰ ਜੇਕਰ ਘਟਨਾਵਾਂ ਨੇ ਧਮਕੀਆਂ ਵਾਲਾ ਪੂਰਾ ਦੌਰ ਹੈ ਪੰਜਾਬ ਦੇ ਵਿੱਚ, ਜੇ ਤੁਹਾਡੇ ਮੁਤਾਬਕ ਹੀ ਸਮਝਿਆ ਜਾਵੇ, ਰਾਜਾ ਵੜਿੰਗ ਦੇ ਮੁਤਾਬਿਕ, ਤਾਂ ਫਿਰ ਸਖਤੀ ਤਾਂ ਕਰਨੀ ਹੋਏਗੀ। ਇੱਕ ਕਹਾਵਤ ਹੈ ਨਾ ਕਿ ਆਟੇ ਦੇ ਨਾਲ ਘੁਣ ਵੀ ਪਿਸ ਜਾਂਦਾ, ਤਾਂ ਫਿਰ ਗੱਲ ਤਾਂ ਉਹੀ ਆ ਗਈ ਨਾ ਕਿ ਜੇਕਰ 10-20 ਮਾਮਲੇ ਬਿਲਕੁਲ ਸਹੀ ਪਰਚੇ ਜਾਂ ਫਿਰ ਕਾਰਵਾਈ ਹੋ ਰਹੀ ਹੈ, ਤਾਂ ਹੋ ਸਕਦਾ ਉਸ ਦੇ ਵਿੱਚ ਇੱਕ ਅੱਧੇ ਚ ਗਲਤੀ ਵੀ ਹੋ ਗਈ ਹੋਵੇ। ਗਲਤ ਪਹਿਲਾਂ ਤਾਂ ਇੱਥੇ ਇਸ਼ੂ ਕੁਝ ਹੋਰ ਹੈ। ਆਮ ਆਦਮੀ ਪਾਰਟੀ ਨਜਾਇਜ਼ ਅਸਲੇ ਬਾਰੇ ਤਾਂ ਕੁਝ ਨਹੀਂ ਕਰ ਰਹੀ ਹੈ ਤੇ ਲਾਇਸੈਂਸਡ ਵੈਪਨਸ ਬਾਰੇ, ਜਦੋਂ ਕਿ ਜ਼ਿਆਦਾਤਰ ਕ੍ਰਾਈਮ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ, ਜਿਹਦੇ ਕਰਕੇ ਪੰਜਾਬ ਦਾ ਲਾਅ ਐਂਡ ਆਰਡਰ ਡਿਸਟਰਬਡ ਹੈ, ਚਰਮਰਾ ਗਿਆ, ਉਹ ਨਜਾਇਜ਼ ਅਸਲੇ ਕਰਕੇ ਹੋਇਆ। ਫॉर ਐਗਜ਼ਾਮਪਲ ਮੂਸੇਵਾਲੇ ਦਾ ਕੇਸ, ਕਬੱਡੀ ਪਲੇਅਰਸ ਦਾ ਕੇਸ, ਪਿਛਲੇ ਹਫਤੇ ਦੇ ਵਿੱਚ 2 ਮਰਡਰਸ ਹੋਏ ਆ, ਹੋਰ ਮਰਡਰਸ ਹੋਏ ਜਿੱਥੇ ਦਿਨ ਦਿਹਾੜੇ ਮਾਰ ਕੇ ਤੇ ਭੱਜ ਜਾਂਦੇ ਆ, ਉੱਥੇ ਨਜਾਇਜ਼ ਅਸਲਾ ਵਰਤਿਆ ਜਾ ਰਿਹਾ ਹੈ, ਆਟੋਮੈਟਿਕ ਸੈਮੀ ਆਟੋਮੈਟਿਕ ਗਨਸ ਵਰਤੀਆਂ ਜਾ ਰਹੀਆਂ, ਉਹਦੇ ਬਾਰੇ ਤਾਂ ਕੁਝ ਵੀ ਨਹੀਂ ਕੀਤਾ। ਲੇਕਿਨ ਲਾਇਸੈਂਸਡ ਵੈਪਨਸ ਨਾਲ ਇਹਨਾਂ ਨੂੰ ਪ੍ਰੋਬਲਮ ਹੈ ਤੇ ਇੱਕ 10 ਸਾਲ ਦੇ ਛੋਟੇ ਬੱਚੇ ਤੇ FIR ਕਰਤੀ। ਪਹਿਲਾ ਸਵਾਲ, ਇਹ ਪੋਸਟ ਪੁਰਾਣੀ ਹੈ, ਕੁਝ ਸਾਲ ਪੁਰਾਣੀ ਹੈ, ਤੇ ਇਹਨਾਂ ਨੇ ਪ੍ਰਾਵਧਾਨ ਹੁਣ ਬਣਾਇਆ ਰੈਟਰੋਸਪੈਕਟਿਵ ਮੈਨਰ ਦੇ ਵਿੱਚ ਕਿਵੇਂ FIR ਕਰ ਸਕਦੇ ਹੈ। ਕੋਈ ਵੀ ਕਾਨੂੰਨ ਹੈ, ਉਹਦੀ ਇੰਪਲੀਮੈਂਟੇਸ਼ਨ ਅੱਜ ਤੋਂ ਸ਼ੁਰੂ ਹੁੰਦੀ ਹੈ, ਜੇ ਅੱਜ ਬਣਿਆ ਰੈਟਰੋਸਪੈਕਟਿਵ ਹੋ ਹੀ ਨਹੀਂ ਸਕਦੀ। ਸੋ ਇਹ ਆਮ ਆਦਮੀ ਪਾਰਟੀ ਦੇ ਇਨਐਕਸਪੀਰੀਅੰਸ ਦਾ ਨਤੀਜਾ ਹੈ। ਦੂਜਾ, ਜੇ ਐਂ ਚੱਲਣਾ ਚਾਹੁੰਦੇ ਹੈ ਤਾਂ ਰਜਿੰਦਰਪਾਲ ਕੌਰ ਛੀਨਾ ਜੀ ਦੀ ਇੱਕ ਫੋਟੋ ਹੈ ਅਸਲੇ ਦੇ ਨਾਲ, ਕਿ ਆਮ ਆਦਮੀ ਪਾਰਟੀ ਉਹਨਾਂ ਦੇ ਖਿਲਾਫ ਹੀ FIR ਕਰੂਗੀ। ਆ ਫੋਟੋ ਤੁਹਾਨੂੰ ਮੈਂ ਦਿਖਾ ਦਿੰਦਾ ਹੈ ਗੌਰਵ ਜੀ, ਤੇ ਆਮ ਆਦਮੀ ਪਾਰਟੀ ਨੂੰ ਫਿਰ ਜੇ 10 ਸਾਲ ਦੇ ਬੱਚੇ ਤੇ FIR ਕਰ ਸਕਦੇ ਆ ਗਨ ਨਾਲ ਹੋਣ ਕਰਕੇ, ਤਾਂ ਕੀ ਆਪਦੇ MLA ਤੇ FIR ਕਰਨਗੇ? ਦੂਜੀ ਗੱਲ, ਅਜੇ ਤੱਕ ਤਾਂ ਹੋਈ ਨਹੀਂ। ਸੋ ਇਥੋਂ ਕੀ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਬੌਖਲਾ ਗਈ ਹੈ, ਘਬਰਾ ਗਈ ਹੈ ਤੇ ਕਾਲ ਹੋ ਗਈ ਇਹਨਾਂ ਨੂੰ ਵੀ ਅਸੀਂ ਕੁਝ ਨਾ ਕੁਝ ਕਰੀਏ, ਸਾਡੀ ਇਮੇਜ ਹੀ ਖਤਮ ਹੋ ਗਈ, ਸਾਡਾ ਇਨਐਕਸਪੀਰੀਅੰਸ ਅੱਗੇ ਆ ਗਿਆ, ਸਭ ਨੂੰ ਪਤਾ ਲੱਗ ਗਿਆ ਸਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ। ਸੋ ਕਾਲੀ ਹੋ ਗਈ ਵੀ FIR ਕਰੋ ਤਾਂ ਕਿ ਕੁਝ ਦਿਖਾ ਸਕੀਏ। ਮਤਲਬ ਤੁਸੀਂ ਕਹਿ ਰਹੇ ਹੋ ਕਿ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਸਿਰ ਇਹ ਤਾਂ ਦੇਖੋ, ਇਹ ਬੌਖਲਾਹਟ ਹੈ ਆਮ ਆਦਮੀ ਪਾਰਟੀ ਦੀ। ਇਹਨਾਂ ਨੂੰ ਪਤਾ ਹੀ ਨਹੀਂ ਵੀ ਫੋਕਸ ਸਾਡਾ ਨਜਾਇਜ਼ ਅਸਲੇ ਤੇ ਹੋਣਾ ਚਾਹੀਦਾ, ਲਾਇਸੈਂਸ ਵੈਪਨ ਤੇ ਤਾਂ ਹੋਣਾ ਨਹੀਂ ਚਾਹੀਦਾ। ਹੁਣ ਗੌਰਵ ਜੀ, ਇੱਥੇ ਲਾਇਰਸ ਬੈਠੇ ਆ ਪੈਨਲ ਦੇ ਵਿੱਚ, ਪਹਿਲਾਂ ਤਾਂ ਨਜਾਇਜ਼ ਅਸਲੇ ਨਾਲ ਕ੍ਰਾਈਮ ਬਹੁਤ ਜ਼ਿਆਦਾ ਹੈ, ਲਾਇਸੈਂਸ ਨਾਲ ਬਹੁਤ ਥੋੜਾ ਹੈ। ਦੂਜੀ ਗੱਲ, ਜਿਹੜਾ ਬੰਦਾ ਕ੍ਰਿਮੀਨਲ ਹੈ ਉਹਨੂੰ ਲਾਇਸੈਂਸ ਮਿਲ ਨਹੀਂ ਸਕਦਾ ਅਸਲੇ ਦਾ। ਜਿਹੜੇ ਬੰਦੇ ਕੋਲੇ ਲਾਇਸੈਂਸ ਹੈ, ਕੋਈ ਉਹ ਕ੍ਰਾਈਮ ਕਰਦੇ, ਉਹਦਾ ਲਾਇਸੈਂਸ ਰਿਨਿਊ ਨਹੀਂ ਹੋ ਸਕਦਾ। ਸੋ ਇਹਦਾ ਪੁਆਇੰਟ ਕੀ ਹੈ? ਦੂਜੀ ਗੱਲ, ਮੈਂ ਜਿਹੜੀ ਗੱਲ ਆਪਾਂ 2-3 ਦਿਨ ਪਹਿਲਾਂ ਵੀ ਡਿਬੇਟ ਕਰ ਰਹੇ ਸੀ, ਤੁਸੀਂ ਬਾਰ-ਬਾਰ ਉਹੀ ਪੁਆਇੰਟ ਚੁੱਕ ਰਹੇ ਸੀ ਖੜਿਆਲ ਸਾਹਿਬ, ਜਿਸ ਦੇ ਵਿੱਚ ਜ਼ਿਕਰ ਹੋ ਰਿਹਾ ਕਿ ਜਿਹੜੇ ਗੈਰ ਕਾਨੂੰਨੀ ਅਸਲਾ ਹੈ, ਜਿਹੜਾ ਨਜਾਇਜ਼ ਅਸਲਾ ਹੈ, ਉਸ ਦੇ ਲਈ ਸਰਕਾਰ ਕੀ ਕਰ ਰਹੀ ਹੈ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਇੱਕ ਵਾਰੀ ਲਾਸਟ ਹੈ ਗੌਰਵ ਜੀ, ਕਲਾਸਟ ਹੈ ਜਿਹੜੀ FIR ਇਹਨਾਂ ਨੇ ਕਰਤੀ ਕਾਲ ਦੇ ਵਿੱਚ, ਇਹਦੇ ਕਰਕੇ ਹੁਣ ਸਫਰ ਕੌਣ ਕਰੂਗਾ? ਉਹ ਬੱਚੇ ਦਾ ਪਾਸਪੋਰਟ ਨਹੀਂ ਬਣਨਾ। ਇਹਨਾਂ ਨੇ ਤਾਂ ਆਪਣੀ ਗਲਤੀ ਮੰਨ ਲਈ, ਲੇਕਿਨ FIR ਨੂੰ ਖਾਰਜ ਕਰਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਬਹੁਤ ਟਾਈਮ ਲੱਗਦਾ ਹੈ, ਬਹੁਤ ਖੱਜਲ ਖਵਾਰੀ ਹੁੰਦੀ ਹੈ।
ਸੋ ਪਰਿਵਾਰ ਦਾ ਬਿਲਕੁਲ। ਰੋਲਿਆ ਬੱਚੇ ਦਾ ਕੈਰੀਅਰ ਵੀ ਰੋਲਦਾ। ਮੈਂ ਉਹੀ ਕਹਿ ਰਿਹਾ ਸੀ ਕਿ ਪੈਰਾਮੀਟਰਸ ਕੀ ਹੋ ਸਕਦੇ, ਦੱਸੋ ਪੈਮਾਨਾ ਕੀ ਹੋ ਸਕਦਾ ਹੈ ਕਿ ਉਹ ਸੈੱਟ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਇੱਕ ਵਾਰ ਸੋਢੀ ਸਾਹਿਬ ਦਾ ਰੁਖ ਕਰਦਾ ਹਾਂ, ਬੀਜੇਪੀ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋਢੀ ਸਾਹਿਬ, ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਬਿਆਨ ਸਾਰੇ ਬੀਜੇਪੀ ਦੇ ਆਗੂਆਂ ਦੇ ਅਸੀਂ ਸੁਣ ਰਹੇ ਹਾਂ, ਪਰ ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਜਾਂ ਤਾਂ ਫਿਰ ਕੋਈ ਨਾ ਕੋਈ ਤਰੀਕਾ ਤਰਕੀਬ ਦੱਸ ਦਿੱਤੀ ਜਾਵੇ, ਜਿਹੜੇ ਵਿਰੋਧੀ ਅੱਜ ਸਵਾਲ ਚੁੱਕ ਰਹੇ ਨੇ, ਜਾਂ ਫਿਰ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ ਚੱਲਣ ਦਿਓ। ਦੇਖੋ ਗੌਰਵ ਜੀ, ਭਾਰਤੀ ਜਨਤਾ ਪਾਰਟੀ ਦਾ ਸਟੈਂਡ ਸਪਸ਼ਟ ਹੈ ਕਿ ਜੇ ਗਨ ਕਲਚਰ ਦੇ ਖਿਲਾਫ ਜੋ ਪੰਜਾਬ ਨੇ ਸਰਕਾਰ ਨੇ ਸ਼ੁਰੂਆਤ ਕੀਤੀ ਹੈ ਜੀ। ਕਿ ਗਨ ਕਲਚਰ ਖਤਮ ਹੋਣਾ ਚਾਹੀਦਾ ਹੈ, ਅਸੀਂ ਵੀ ਇਹਦੇ ਪੱਖ ਦੇ ਵਿੱਚ ਆ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ ਹੈ। ਲੇਕਿਨ ਮੈਨੂੰ ਇੱਕ ਗੱਲ ਇੱਥੇ ਕਹਿਣੀ ਪਊਗੀ ਕਿ ਜਿਹੜੀ ਇਹ ਸਰਕਾਰ ਹੈ ਇਹ 24 ਘੰਟਿਆਂ ਵਾਲੀ ਸਰਕਾਰ ਹੈ। ਇਹਨੇ ਜਿੰਨੇ ਵੀ ਲੋਕਾਂ ਦੇ ਨਾਲ ਕਿਹਾ ਕਿ ਅਸੀਂ 24 ਘੰਟਿਆਂ ਦੇ ਵਿੱਚ ਸਾਰੇ ਮਸਲੇ ਲੋਕਾਂ ਦੇ ਹੱਲ ਕਰ ਦਿਆਂਗੇ, ਹੁਣ ਉਹ 24 ਘੰਟਿਆਂ ਵਾਲੇ ਪਿਛਲੇ ਮਸਲੇ ਹੱਲ ਨਹੀਂ ਹੋਏ। ਇੱਕ ਨਵਾਂ ਜਿਹੜਾ ਇਹਨਾਂ ਨੇ ਗਨ ਕਲਚਰ ਨੂੰ ਲੈ ਕੇ ਇੱਕੇ ਦਮ ਜਿਹੜਾ ਨਾਦਰਸ਼ਾਹੀ ਫਰਮਾਨ ਮੈਂ ਕਹੂੰਗਾ ਕਿ ਲੋਕਾਂ ਦੇ ਉੱਤੇ ਕਰਤਾ ਕਿ ਜੀ ਗਨ ਕਲਚਰ ਜਿਹੜਾ ਹੈਗਾ ਅਸੀਂ ਬੰਦ ਕਰਨਾ ਹੈ। ਲੇਕਿਨ ਮੇਰਾ ਕਹਿਣਾ ਇਹ ਹੈ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ, ਲੇਕਿਨ ਉਹਦਾ ਕੋਈ ਪੈਮਾਨਾ ਹੋਣਾ ਚਾਹੀਦਾ। ਜਿਵੇਂ ਕਲੇਰ ਸਾਹਿਬ ਨੇ ਗੱਲ ਕੀਤੀ ਹੈ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਨੇ ਚਾਹੀਦਾ ਸੀ ਕਿ ਉਹ ਕੋਈ ਮੀਡੀਆ ਰਾਹੀਂ ਜਾਂ ਲੋਕਾਂ ਨੂੰ ਕਿਸੇ ਪਿੰਡਾਂ ਦੇ ਵਿੱਚ ਜਾ ਕੇ ਜਾਂ ਕੋਈ ਕਾਲਜਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਪ੍ਰਚਾਰ ਹੁੰਦਾ ਕਿ ਇਹ ਭਾਈ ਜਿਹੜਾ ਹੈਗਾ ਗਨ ਕਲਚਰ ਹੈ, ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹਦੇ ਵਿੱਚ ਗ੍ਰਸਤ ਹੁੰਦਾ ਜਾ ਰਿਹਾ ਹੈ, ਆਪਾਂ ਗਨ ਕਲਚਰ ਤੋਂ ਦੂਰ ਹੋਣਾ। ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੈ ਕਿ 15 ਦਿਨਾਂ ਦੇ ਵਿੱਚ ਜਿਹੜੀਆਂ ਇੰਨੇ ਸਾਲ ਪੁਰਾਣੀਆਂ ਫੋਟੋਆਂ ਉਹ ਡਿਲੀਟ ਕਰ ਲਈਆਂ ਜਾਣ, ਜਾਂ ਜਿਹੜਾ ਨਵਾਂ ਬੰਦਾ ਕੋਈ ਆਪਦੀ ਪੋਸਟ ਪਾਊਗਾ ਕਿਸੇ ਹਥਿਆਰ ਦੇ ਨਾਲ ਤੇ ਉਹਦੇ ਉੱਤੇ ਪਰਚਾ ਦਰਜ ਹੋਊਗਾ। ਲੇਕਿਨ ਮੈਂ ਸਮਝਦਾ ਕਿ ਕੋਈ ਵੀ ਜਿਹੜੀ ਲਹਿਰ ਹੈ ਜਾਂ ਕਿਸੇ ਵੀ ਸਮਾਜਿਕ ਬੁਰਾਈ ਨੂੰ ਖਤਮ ਕਰਨਾ ਹੈ, ਉਹ ਓਨਾ ਚਿਕਰ ਖਤਮ ਨਹੀਂ ਹੋ ਸਕਦੀ ਜਿੰਨਾ ਚਿਕਰ ਲੋਕਾਂ ਦਾ ਉਹਨੂੰ ਸਹਿਯੋਗ ਨਾ ਮਿਲੇ। ਲੇਕਿਨ ਹੁਣ ਇੱਥੇ ਗੱਲ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਜਿਵੇਂ ਜ਼ਿਲ੍ਹਾ ਜਲੰਧਰ ਦੇ ਵਿੱਚ ਉੱਥੋਂ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਕਿ 7000 ਜਿਹੜੇ ਅਸਲਾ ਹਥਿਆਰ ਆ ਉਹ ਚੈੱਕ ਕੀਤੇ ਗਏ, ਜਿਹਦੇ ਚੋਂ 836 ਪਾਏ ਗਏ ਔਰ 391 ਜਿਹੜੇ ਰੱਦ ਕੀਤੇ ਗਏ ਤੇ ਉਹਨਾਂ ਦੇ ਪਰਚੇ ਦਰਜ ਹੋਣਗੇ। ਹੁਣ ਜੇ ਕੋਈ ਨਿਯਮਾਂ ਦੇ ਵਿੱਚ ਕਮੀ ਰਹੀ ਹੈ ਤੇ ਠੀਕ ਹੈ ਕਿ ਉਹ ਜਿਹੜੇ ਹੈਗੇ ਆ ਹਥਿਆਰ ਰੱਦ ਹੋਣੇ ਚਾਹੀਦੇ ਨੇ, ਉਹਦੇ ਜਿਹੜਾ ਲਾਇਸੈਂਸ ਬਣਿਆ। ਲੇਕਿਨ ਉਹ ਜੇ ਕਿਸੇ ਨੇ ਰਿਕਮੈਂਡ ਕੀਤੇ ਨੇ ਜਾਂ ਕਿਸੇ ਅਫਸਰ ਰਾਹੀਂ ਰਿਕਮੈਂਡੇਸ਼ਨ ਹੋਈ ਹੈ ਤੇ ਉਹ ਫਿਰ ਸਾਰਿਆਂ ਤੇ ਸਵਾਲ ਉੱਠਦਾ ਕਿ ਇਹ ਗੈਰ ਕਾਨੂੰਨੀ ਹਥਿਆਰ ਬਣੇ ਤਾਂ ਬਣੇ ਕਿਵੇਂ, ਜੇ ਕਿਸੇ ਦੇ ਗਲਤ ਐਡਰੈਸ ਤੇ ਹਥਿਆਰ ਬਣਿਆ ਤਾਂ ਬਣਿਆ ਕਿਵੇਂ। ਮੇਰਾ ਕਹਿਣਾ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਸਰਕਾਰ ਛੋਟੇ ਛੋਟੇ ਬੱਚਿਆਂ ਤੇ ਜਾਂ ਪੁਰਾਣੀਆਂ ਤਸਵੀਰਾਂ ਦੇ ਉੱਪਰ ਜਿਹੜੇ ਇਹ ਪਰਚੇ ਦਰਜ ਕਰ ਰਹੀ ਹੈ, ਇਹਦੇ ਨਾਲ ਬਖਲਾਟ ਹੋਰ ਵਧੇਗੀ। ਮੇਰੀ ਬੇਨਤੀ ਹੈ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ, ਲੇਕਿਨ ਉਹਦਾ ਕੋਈ ਪੈਰਾਮੀਟਰ ਬਣਾ ਕੇ ਸਮਾਂ ਨਿਸ਼ਚਿਤ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਠੀਕ ਹੈ, ਪੂਰੀ ਇਸ ਡਿਬੇਟ ਦੇ ਵਿੱਚ ਇੱਕ ਚਰਚਾ ਜਾਂ ਇੱਕ ਪੁਆਇੰਟ ਨਿਕਲ ਕੇ ਸਾਹਮਣੇ ਆ ਰਿਹਾ ਕਿ ਪੈਰਾਮੀਟਰਸ ਫਿਕਸ ਕੀਤੇ ਜਾਣ।